ਸੋ ਸਵਾਗਤ ਕਰਦਾ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਇਸ ਰਿਲੀਜੀਅਸ ਸੈਗਮੈਂਟ ਵਿੱਚ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਂਗੇ ਕੁਲਵੰਤ ਸਿੰਘ ਮਸੀਰ ਜੀ ਨਾਲ, ਜਿਹੜੇ ਕਿ ਇੱਕ ਬਿਜ਼ਨਸਮੈਨ ਨੇ ਤੇ ਨਾਲ ਇੱਕ ਫਿਲਾਸਫਰ ਵੀ ਨੇ, ਜਿਹੜੇ ਕਿ ਬਿਲੀਵ ਕਰਦੇ ਨੇ ਸਪਿਰਿਚੁਅਲਿਟੀ ਦੇ ਵਿੱਚ। ਰੱਬ ਹੈ ਕੀ ਹੈ? ਹਰ ਇੱਕ ਧਰਮ ਵਿੱਚ ਰੱਬ ਨੂੰ ਵੱਖਰੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਪਰ ਅੱਜ ਤੱਕ ਰੱਬ ਦੀ ਹੋਂਦ ਬਾਰੇ ਬਹੁਤ ਸਾਰੇ ਵਿਵਾਦ ਵੀ ਖੜੇ ਹੋਏ ਅਤੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਰੱਬ ਹੈ ਕੀ ਹੈ। ਲੇਕਿਨ ਧਾਰਮਿਕ ਗ੍ਰੰਥਾਂ ਦੇ ਵਿੱਚ ਰੱਬ ਦੇ ਬਾਰੇ ਕਾਫੀ ਕਲੈਰੀਫਿਕੇਸ਼ਨ ਹੈ ਤੇ ਸ਼ਬਦ ਨਾਲ ਜੋੜਿਆ ਜਾਂਦਾ ਹੈ ਰੱਬ ਨੂੰ, ਕਿ ਸ਼ਬਦ ਰਾਹੀਂ ਅਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ ਹਾਂ। ਸ਼ਬਦ ਕੀ ਹੈ? ਸ਼ਬਦ ਦੇ ਬਾਰੇ ਵੱਖਰੇ ਧਰਮਾਂ 'ਚ ਕੀ ਲਿਖਿਆ ਗਿਆ ਹੈ, ਇਸੇ ਸੰਬੰਧ ਵਿੱਚ ਜਾਣਕਾਰੀ ਲੈਣੇ ਆ ਕੁਲਵੰਤ ਸਿੰਘ ਮਸੀਰ ਜੀ ਤੋਂ। ਜੀ ਆਨੰਦ ਜੀ, ਵੈਲਕਮ ਟੂ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤਾਂ ਰੱਬ ਦੀ ਜਿਹੜੀ ਅਸੀਂ ਗੱਲ ਕਰਦੇ ਜੀ, ਉਹਦੇ ਸੰਬੰਧ ਵਿੱਚ ਦੱਸੋ ਕਿ ਜਿਹੜੀ ਤੁਸੀਂ ਰਿਸਰਚ ਕੀਤੀ ਹੈ, ਜੋ ਪੜ੍ਹਿਆ ਹੈ ਵੱਖਰੇ ਵੱਖਰੇ ਧਾਰਮਿਕ ਗ੍ਰੰਥਾਂ 'ਚ, ਰੱਬ ਨੂੰ ਕੀ ਕਿਹਾ ਗਿਆ, ਕੀ ਹੈ ਰੱਬ? ਦੇਖੋ ਜੀ, ਇਹ ਜਿਹੜਾ ਸਵਾਲ ਹੈ ਨਾ, ਇਹ ਸਦੀਆਂ ਤੋਂ ਆਦਮੀ ਦੇ ਦਿਮਾਗ ਦੇ ਵਿੱਚ ਹੈਗਾ ਜੀ। ਮੇਰੇ ਵੀ ਦਿਮਾਗ ਦੇ ਵਿੱਚ ਸੀਗਾ ਕਿ ਵਾਟ ਇਜ਼ ਗੋਡ। ਜੀ। ਇਹ ਇੱਕ ਛੋਟਾ ਜਿਹਾ ਕੁਐਸਚਨ ਹੈ ਜਿਹੜਾ ਹਾਲੇ ਤੱਕ ਵੀ ਜਿਹੜਾ ਉਹਦਾ ਸਵਾਲ ਜਵਾਬ ਜਿਹੜਾ ਸਾਨੂੰ ਨਹੀਂ ਮਿਲਿਆ। ਹਾਲਾਂਕਿ ਦੁਨੀਆ ਦੇ ਉੱਤੇ ਦੇਖਦੇ ਹਾਂ ਕਿੰਨੇ ਗ੍ਰੰਥ ਲਿਖੇ ਗਏ, ਕਿੰਨੇ ਲੈਕਚਰ ਹੋ ਰਹੇ ਆ, ਗੁਰਦੁਆਰੇ, ਮੰਦਰ, ਮਸਜਿਦ ਕਿੰਨੇ ਬਣੇ ਹੋਏ ਆ, ਫਿਰ ਵੀ ਜਿਹੜਾ ਆਦਮੀ ਨੂੰ ਹਾਲੇ ਤੱਕ ਇਸ ਸਵਾਲ ਦਾ ਜਵਾਬ ਨਹੀਂ ਲੱਭਿਆ। ਸੋ ਮੈਂ ਵੀ ਇਸੇ ਪੁਆਇੰਟ ਦੇ ਉੱਤੇ ਹੀ ਸੋਚਦਾ ਪਿਆ ਸੀਗਾ ਪਿਛਲੇ 40 ਸਾਲ ਤੋਂ। ਅੱਛਾ ਜੀ। 10-12 ਸਾਲ ਦਾ ਸੀ ਜਦੋਂ ਮੈਂ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਸੀਗੀ ਜੀ। ਤੇ 25-30 ਸਾਲ ਤੱਕ ਮੈਂ ਉਸ ਗੁਰਬਾਣੀ ਨੂੰ ਪੜ੍ਹਦਾ ਰਿਹਾ ਤੇ ਮੇਰੀ ਸਮਝ 'ਚ ਕੁਝ ਨਹੀਂ ਆਇਆ। ਜੀ। ਪਿਛਲੇ 15-16 ਸਾਲ ਤੋਂ ਜਿਹੜਾ ਇੱਕ ਧੁਨ ਮੈਂ ਸੁਣਦਾ ਪਿਆ ਸੀਗਾ, ਉਸ ਧੁਨ ਨੂੰ ਸੁਣਨ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਦੀ ਮੈਨੂੰ ਸਮਝ ਲੱਗੀ ਆ। ਤੇ ਉਹ ਕਿ ਤੋ ਇਹਦਾ ਜਿਹੜਾ ਸਵਾਲ ਦਾ ਜਿਹੜਾ ਜਵਾਬ ਹੈ ਤੁਹਾਡਾ ਵੀ ਵਾਟ ਇਜ਼ ਗੋਡ, ਇਹਦਾ ਮੈਂ 50% ਜਿਹੜਾ ਆਨਸਰ ਹੈ ਉਹ ਲੱਭਿਆ। 50% ਹਾਲੇ ਮੈਨੂੰ ਉਹਦਾ ਆਨਸਰ ਨਹੀਂ ਮਿਲਿਆ। ਤੋ ਮੈਂ ਇਸ ਚੀਜ਼ ਨੂੰ ਡਿਫਾਈਨ ਕਰਨਾ ਚਾਹੁੰਦਾ ਵਾਂ ਕਿ ਵਾਟ ਇਜ਼ ਗੋਡ। ਗੋਡ ਇਜ਼ ਏ, ਜਿਹਨੂੰ ਮੈਂ ਸਿੰਪਲੀ ਕਹਿ ਦੇਵਾਂ ਗੋਡ ਇਜ਼ ਏ ਸ਼ਬਦ, ਤਾਂ ਇਹਨੂੰ ਜਿਹੜਾ ਡਿਫਾਈਨ ਕਰਨਾ ਮੇਰੇ ਲਈ ਬਹੁਤ ਆਸਾਨ ਹੋ ਜਾਂਦਾ। ਹੁਣ ਮੈਂ ਇਹ ਚੀਜ਼ ਨੂੰ, ਸ਼ਬਦ ਹੈ ਕੀ ਆ? ਸ਼ਬਦ ਜਿਹੜਾ ਆਲਮੋਸਟ ਜਿਹੜਾ ਅਸੀਂ ਦੇਖਦੇ ਹਾਂ, ਸ਼ਬਦ ਗੁਰੂ ਅਸੀਂ ਕਹਿੰਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀ ਸ਼ਬਦ ਗੁਰੂ ਹੈ। ਬਿਲਕੁਲ। ਲੇਕਿਨ ਮੈਂ ਜਿਹੜਾ ਸੋਚਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਉਹ ਬਾਅਦ 'ਚ ਸ਼ਬਦ ਗੁਰੂ ਬਣੇ ਆ। ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੁੱਛਿਆ ਗਿਆ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਨਹੀਂ ਸੀ ਹੋਈ, ਲੇਕਿਨ ਤਦ ਵੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਸ਼ਬਦ ਮੇਰਾ ਗੁਰੂ ਹੈਗਾ। ਹਾਂਜੀ। ਉਦੋਂ ਉਹ ਮੈਂ ਉਸ ਪੁਆਇੰਟ ਦੇ ਉੱਤੇ ਲੈਣਾ ਕਿ ਉਦੋਂ ਰਚਨਾ ਨਹੀਂ ਸੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ। ਜੀ। ਤੇ ਉਹਨਾਂ ਨੇ ਕਿਸ ਸ਼ਬਦ ਨੂੰ ਗੁਰੂ ਮੰਨਿਆ ਸੀਗਾ। ਠੀਕ। ਮੈਂ ਉਸ ਪੁਆਇੰਟ ਦੇ ਉੱਤੇ ਸੋਚਦਾ ਰਿਹਾ। ਤੋ ਮੇਰੇ ਸਾਹਮਣੇ ਜਿਹੜੀ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਆ, ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦ ਹੀ ਫਿਰ ਉਪਤ ਹੋਵੇ। ਹੁਣ ਜਦੋਂ ਇਸ ਚੀਜ਼ ਨੂੰ ਮੈਂ ਸੋਚਦਾ ਕਿ ਵੀ ਉਤਪਤ ਪਰਲੋ ਸ਼ਬਦੇ ਹੋਵੇ, ਉਤਪਤੀ ਜਿਹੜੀ ਸ਼ਬਦ ਤੋਂ ਹੋ ਰਹੀ ਆ, ਠੀਕ, ਤਾਂ ਫਿਰ ਮੈਨੂੰ ਇਹ ਸਮਝ ਆਉਂਦੀ ਹੈ ਕਿ ਗੁਰਬਾਣੀ ਜਿਹੜੀ ਆ ਉਹ ਸ਼ਬਦ ਨਹੀਂ ਹੈਗੀ। ਗੁਰਬਾਣੀ ਜਿਹੜੀ ਆ ਸ਼ਬਦ ਦੀ ਵਿਆਖਿਆ ਕਰਦੀ ਪਈ ਹੈ। ਓਕੇ। ਉਹ ਉਹਦੇ ਬਾਰੇ ਦੱਸ ਰਹੀ ਹੈ ਜੀ, ਸ਼ਬਦ ਦੇ ਬਾਰੇ। ਓਕੇ। ਉਹ ਖੁਦ ਸ਼ਬਦ ਨਹੀਂ ਹੈਗੀ। ਸੋ ਇਹ ਜਿਹੜਾ ਪੁਆਇੰਟ ਸੀ ਮੇਰੇ ਦਿਮਾਗ 'ਚ ਆਇਆ। ਅੱਛਾ ਜੀ। ਹੁਣ ਸ਼ਬਦ ਜਿਹੜਾ ਵੇ ਉਹ ਹੈ ਕੀ ਹੈ, ਇਸ ਚੀਜ਼ ਦੇ ਉੱਤੇ ਮੈਂ ਸਾਰਾ ਵਿਚਾਰ ਕਰਦਾ ਰਿਹਾ, ਸੋਚਦਾ ਰਿਹਾ। ਤੋ ਜੋ ਕੁਝ ਮੈਂ ਇਹਦੇ 'ਚ ਰਿਸਰਚ ਕੀਤਾ ਮੈਂ ਉਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜ਼ਰੂਰ, ਕਿ ਸ਼ਬਦ ਦੇ ਬਾਰੇ ਜਿਹੜਾ ਕੁਝ ਪੰਕਤੀਆਂ ਜਿਹੜੀਆਂ ਆਉਂਦੀਆਂ ਨੇ ਜੀ, ਕਿ 30 ਲੋਹਾ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਇਹ ਮਹੱਲਾ ਪਹਿਲਾ ਹੈ ਜੀ, 351 ਪੇਜ ਦੇ ਉੱਤੇ ਆ। ਓਕੇ। ਹੁਣ ਤਿੰਨਾਂ ਭਵਨਾਂ ਦੇ ਅੰਦਰ, ਤਿੰਨਾਂ ਲੋਹਾਂ ਦੇ ਅੰਦਰ ਜਿਹੜਾ ਉਹ ਸ਼ਬਦ ਜਿਹੜਾ ਉਹ ਵੱਜ ਰਿਹਾ ਜੀ। ਉਸ ਤੋਂ ਬਾਅਦ ਕਹਿੰਦੇ ਚਹੁਦਿਸ ਹੁਕਮ ਵਰਤੇ ਪ੍ਰਭ ਤੇਰਾ, ਚਹੁਦਿਸ ਨਾਮ ਪਤਾਲੰਗ, ਸਭ ਮੈਂ ਸ਼ਬਦ ਵਰਤੇ ਪ੍ਰਭ ਸਾਚਾ, ਕਰਮ ਮਿਲੇ ਬਿਆਲੰਗ ਜੀ। ਇਹ ਮਲਾਰ ਮਹੱਲਾ ਪਹਿਲਾ ਜੀ, 1275 ਅੰਕ ਤੇ ਆ। ਅੱਛਾ ਜੀ। ਇਹਦਾ ਮਤਲਬ ਚਾਰੋਂ ਦਿਸ਼ਾਵਾਂ ਦੇ ਅੰਦਰ ਜਿਹੜਾ ਉਹ ਸ਼ਬਦ ਜਿਹੜਾ ਐਗਜ਼ਿਸਟ ਕਰਦਾ ਜੀ। ਉਸ ਤੋਂ ਇਲਾਵਾ ਇਹਦੇ ਮਨ ਮੰਦਰ ਤਨ ਵੇਸ ਕਲੰਦਰ ਕਾਠੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁਤ ਜਨਮ ਨਾਵਾ ਜੀ। ਇਹ ਵੀ ਹੈਗਾ ਜੀ 795 ਅੰਕ ਦੇ ਉੱਤੇ ਆ ਜੀ। ਸੋ ਉਹ ਜਿਹੜਾ ਸ਼ਬਦ ਆ ਉਹ ਸਾਡੇ ਅੰਦਰ ਵੀ ਵੱਜ ਰਿਹਾ। ਰਾਈਟ। ਸੋ ਆਲਮੋਸਟ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਸ਼ਬਦ ਹੈ ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਵੱਜ ਰਿਹਾ ਜੀ, ਹਰ ਇੱਕ ਆਟਮਸ ਦੇ ਅੰਦਰ ਵੱਜਦਾ ਪਿਆ। ਸੋ ਇਸੇ ਕਰਕੇ ਕਹਿੰਦਾ ਪਰਮਾਤਮਾ ਕਣ ਕਣ ਦੇ ਅੰਦਰ ਵਿਆਪਕ ਹੈ, ਕਿਉਂਕਿ ਉਹ ਜਿਹੜਾ ਸ਼ਬਦ ਹੈ ਉਹ ਸਾਰੀ ਸ੍ਰਿਸ਼ਟੀ ਦੇ ਅੰਦਰ ਵੱਜਦਾ ਪਿਆ। ਠੀਕ ਹੈ। ਹੁਣ ਉਹ ਕੀ ਵੱਜ ਰਿਹਾ, ਇਸ ਚੀਜ਼ ਨੂੰ ਮੈਂ ਡਿਫਾਈਨ ਕਰਨਾ ਚਾਹੁੰਦਾ।
ਉਹ ਵੱਜਦਾ ਕੀ ਪਿਆ, ਉਹ ਇੱਕ ਧੁਨ ਹੈਗੀ ਆ ਜੀ। ਉਹ ਧੁਨ ਜਿਹੜੀ ਜਿਹਨੂੰ ਅਨਹਦ ਨਾਦ ਵੀ ਆਖਿਆ ਗੁਰੂ ਸਾਹਿਬ ਨੇ, ਤੇ ਉਹ ਅਨਹਦ ਨਾਦ ਕੀ ਹੈ ਜੀ, ਉਹਦੇ ਬਾਰੇ ਗੁਰਬਾਣੀ ਦੇ ਵਿੱਚ ਲਿਖਿਆ ਕਿ ਪੰਜ ਸ਼ਬਦ ਧੁਨ ਅਨਹਦ ਬਾਜੇ ਹਮ ਕਰ ਸਾਜਣੇ ਆਏ। ਠੀਕ। ਯਾਨੀ ਕਿ ਉਹ ਜਿਹੜੀ ਧੁਨੀ ਹੈ ਉਹ ਪੰਜ ਸ਼ਬਦੀ ਹੈ, ਪੰਜ ਮਿਕਸ ਟਿਊਨਸ ਨੇ ਉਹ ਜੀ, ਜਿਹੜੀਆਂ ਵੱਜਦੀਆਂ ਪਈਆਂ ਨੇ। ਇਹ 764 ਅੰਕ ਦੇ ਆ ਜੀ। ਜੀ। ਉਸ ਤੋਂ ਬਾਅਦ ਦੂਜਾ ਉਦਾਹਰਣ ਹੈ ਜੀ, ਕਰ ਮੈਂ ਕਰ ਦੇ ਖਾਏ ਦੇ ਸੋ ਸਤਿਗੁਰੂ ਪੁਰਖ ਸਜਾਨ ਪੰਜ ਸ਼ਬਦ ਧੁਨ ਕਾਰ ਧੁਨ ਤਹਿ ਬਾਜੇ ਸ਼ਬਦ ਨਿਸ਼ਾਨ ਜੀ। ਇਹ ਵੀ 1291 ਅੰਕ ਦੇ ਜੀ। ਉਸ ਤੋਂ ਇਲਾਵਾ ਉਦਾਹਰਣ ਹੈ, ਪੰਜ ਸ਼ਬਦ ਚੁਨਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਨਾਇਆ। ਇਹ 10 ਤੋਂ 40 ਅੰਕ ਦੇ ਜੀ। ਜੀ। ਇਸ ਤੋਂ ਇਲਾਵਾ ਹੋਰ ਉਦਾਹਰਣ ਨੇ ਜਾਂ ਰੈਫਰੈਂਸ ਹੈਗੇ ਜੀ, ਇੱਕ ਸੱਚਾ ਅਮਰ ਸ਼ਬਦ ਸੁਹਾਇਆ ਪੰਜ ਸ਼ਬਦ ਮਿਲ ਵਾਜਾ ਵਾਇਆ। ਜੀ। ਫਿਰ ਉਦਾਹਰਣ ਹੈ, ਵਾਜੇ ਪੰਜ ਸ਼ਬਦ ਤੇ ਕਾਰ ਸਪਾਗੇ ਸ਼ਬਦ ਵਾਜੇ ਜੀ। ਕਲਾ ਜਦ ਕਰ ਤਾਰੀਆ। ਜੀ। ਇਹ ਵੀ ਆਨੰਦ ਸਾਹਿਬ ਚ ਪੜਦੇ ਆ, ਰਾਮਕਲੀ ਮਹਲਾ ਤੀਜਾ ਜੀ। ਜੀ। ਫਿਰ ਗੁਰੂ ਅਮਰਦਾਸ ਜੀ ਵੀ ਲਿਖਦੇ ਪਏ ਆ, ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਬੱਜਿਆ ਆਨੰਦ ਮੂਲ ਰਾਮ ਸਭ ਦੇਖਿਆ ਗੁਰੂ ਸਬਦੀ ਗੋਬਿੰਦ ਗੱਜਿਆ। ਜੀ। ਫਿਰ ਇਸ ਤੋਂ ਇਲਾਵਾ ਜੀ, ਪ੍ਰਭ ਮਸਤਕੇ ਤੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ। ਜੀ। ਇਹ ਵੀ ਗੁਰੂ ਰਾਮਦਾਸ ਜੀ ਦਾ ਹੀ ਸ਼ਬਦ ਹੈ ਜੀ। ਫਿਰ ਗੁਰੂ ਅਰਜਨ ਦੇਵ ਜੀ ਲਿਖਦੇ ਪਏ ਆ, ਪੰਜ ਸ਼ਬਦ ਤੈ ਪੂਰਨ ਨਾਦ। ਉਹਨਾਂ ਨੇ ਬਿਲਕੁਲ ਡਿਕਲੇਅਰ ਕਰ ਦਿੱਤਾ, ਪੰਜ ਸ਼ਬਦ ਤੈ ਪੂਰਨ ਨਾਦ ਜੀ ਅਨਹਦ ਬਾਜੇ ਅਚਰਜ ਬਿਸਮਾਦ। ਠੀਕ ਹੈ। ਇਹ 888 ਅੰਕ ਤੇ ਆ। ਫਿਰ ਇਸ ਤੋਂ ਇਲਾਵਾ ਜਿੰਨੇ ਸਾਡੇ ਭਗਤ ਹੋਏ ਆ, ਜਿਨ੍ਹਾਂ ਦੀ ਬਾਣੀ ਜਿਹੜੀ ਉਹਦੇ ਚ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਜੀ, ਉਹਨਾਂ ਸਾਰਿਆਂ ਨੇ ਵੀ ਉਹਨਾਂ ਦਾ ਜਿਹੜਾ ਉਦਾਹਰਨ ਦਿੱਤੀਆਂ ਨੇ ਜਾਂ ਉਹਨਾਂ ਨੇ ਜਿਹੜੀ ਫਿਲਾਸਫੀ ਸੀ ਉਹ ਸੇਮ ਸੀਗੀ ਜੀ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਉਹਨਾਂ ਨੂੰ ਵਿੱਚ ਥਾਂ ਦਿੱਤੀ, ਐਡ ਕੀਤਾ ਜੀ। ਤੋ ਕਬੀਰ ਦਾਸ ਜੀ ਵੀ ਲਿਖਦੇ ਆ, ਪੰਜ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕਿਨੀ ਨਿਰੰਕਾਰ ਨਿਰਬਾਣੀ। ਜੀ। ਇਹ ਵੀ 1350 ਅੰਕ ਤੇ ਆ ਜੀ। ਇਸ ਤੋਂ ਇਲਾਵਾ ਬੇਨੀ ਭਗਤ ਜੀ ਆ। ਬੇਨੀ ਭਗਤ ਜੀ ਲਿਖਦੇ ਆ, ਪੰਜ ਸ਼ਬਦ ਨਿਰਮਾਇਲ ਬਾਜੇ ਟੁਲਕੇ ਚਬਰ ਸੰਖ ਕਣ ਗਾਜੇ। ਇਹ ਵੀ ਰਾਮਕਲੀ ਬਾਣੀ ਬੇਣੀ ਜੋ ਕੀ ਆ ਜੀ 974 ਅੰਗ ਤੇ ਆ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਉਹਨਾਂ ਨੇ ਵੀ ਇਸ ਧੁਨ ਨੂੰ ਸੁਣਿਆ, ਤਾਂ ਹੀ ਉਹ ਕਹਿੰਦੇ ਗੁਰਮੁਖ ਸੁਨਣਾ ਸੁਰਤ ਕਰ ਪੰਜ ਸ਼ਬਦ ਗੁਰ ਸ਼ਬਦ ਅਲਾਪੇ। ਜੀ। ਸੋ ਇਹ ਸਾਰੇ ਮੈਂ ਰੈਫਰੈਂਸ ਇਸ ਕਰਕੇ ਦੇ ਰਿਹਾ ਤਾਂ ਕਿ ਕਿਉਂਕਿ ਮੇਰੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ, ਮੈਂ ਗੁਰਬਾਣੀ ਤੋਂ ਰੈਫਰੈਂਸ ਦੇ ਰਿਹਾ। ਬਿਲਕੁਲ ਬਿਲਕੁਲ। ਸੋ ਪੰਜ ਸ਼ਬਦ ਪਰਵਾਨ ਨਿਸ਼ਾਨ ਵਜਾਇਆ, ਇਹ ਵੀ ਭਾਈ ਗੁਰਦਾਸ ਜੀ ਦੀ ਆ। ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਜੀ, ਸਾਰੇ ਜਿਹੜੇ ਰੈਫਰੈਂਸ ਸਾਰੇ ਗੁਰਬਾਣੀ ਦੇ ਆ। ਰਾਈਟ। ਸੋ ਇਹਦੇ ਚ ਕੁਲਵੰਤ ਜੀ ਪੰਜ ਸ਼ਬਦ ਦਾ ਜਿਹੜਾ ਹੈ ਤਕਰੀਬਨ ਹਰ ਇੱਕ ਜਿਹੜੀ ਵੀ ਤੁਸੀਂ ਪੰਕਤੀ ਪੜ੍ਹੀ ਉਹਦੇ ਚ ਪੰਜ ਸ਼ਬਦ ਦੀ ਜਿਹੜੀ ਗੱਲ ਕੀਤੀ, ਸੋ ਇਹ ਕੀ ਹੈ, ਕੀ ਪੰਜ ਸ਼ਬਦ ਤੁਹਾਡੇ ਸਾਹਮਣੇ ਜਿਹੜੀ ਤੁਸੀਂ ਪੰਜ ਸ਼ਬਦ ਜੀ? ਹੁਣ ਮੈਂ ਉਹ ਧੁਨ ਜਿਹੜੀ ਸੁਣਦਾ ਪਿਆ, ਅੱਛਾ ਜੀ, ਉਹ ਮਿਕਸ ਟਿਊਨਸ ਨੇ ਪੰਜ। ਅੱਛਾ ਜੀ। ਉਹਨਾਂ ਨੂੰ ਪਹਿਲਾਂ ਤਾਂ ਜਦੋਂ ਕਿਉਂਕਿ ਮੈਂ ਅੰਮ੍ਰਿਤਧਾਰੀ ਸਿੰਘ ਰਿਹਾ ਪਹਿਲੇ ਜੀ 20-25 ਸਾਲ ਤੱਕ। ਅੱਛਾ ਜੀ। ਤੇ 10-12 ਸਾਲ ਦਾ ਜਦੋਂ ਅੰਮ੍ਰਿਤ ਚੱਕਿਆ ਉਸ ਤੋਂ ਬਾਅਦ ਤੇ ਇੱਥੇ ਮੈਂ 97 ਚ ਆਇਆ ਸੀ, 96 ਚ ਆਇਆ ਸੀ ਜੀ। ਤੋਂ 97 ਤੋਂ ਮੈਂ ਇਹ ਧੁਨ ਸੁਣਨੀ ਸ਼ੁਰੂ ਕੀਤੀ ਆ। ਤੋਂ ਜਦੋਂ ਸ਼ੁਰੂ ਚ ਮੈਂ ਇਹ ਸੁਣੀ ਧੁਨ, ਜਦੋਂ ਮੈਂ ਸਵੇਰੇ ਉੱਠ ਕੇ 5 ਵਜੇ 4 ਵਜੇ ਨਾਲ ਮੈਂ ਨਹਾ ਧੋ ਕੇ ਆਪਣਾ ਪੰਜਾਂ ਬਾਣੀਆਂ ਦਾ ਪਾਠ ਕਰਦਾ ਹੁੰਦਾ ਸੀ ਜੀ। ਤੋਂ ਇੱਕ ਦਿਨ ਜਿੱਦਾਂ ਪਾਠ ਕਰਦੇ ਕਰਦੇ ਮੇਰੀ ਅੱਖ ਲੱਗ ਗਈ, ਸੌਂ ਗਿਆ ਮੈਂ। ਤੇ ਜਦੋਂ ਮੈਂ ਉੱਠਿਆ ਇੱਕਦਮ ਇਹ ਧੁਨ ਜੀ ਵੱਜਣ ਲੱਗ ਗਈ, ਮੈਂ ਸਮਝਿਆ ਵੀ ਮੈਂ ਡਰ ਗਿਆ ਇੱਕਦਮ, ਪਤਾ ਨਹੀਂ ਕੀ ਹੋਣ ਲੱਗ ਗਿਆ ਜੀ। ਸੋ ਫਿਰ ਮੈਂ ਆਪਣੇ ਡਾਕਟਰ ਕੋਲੋਂ ਚੈੱਕ ਕਰਵਾਇਆ, ਕੰਨਾਂ ਦੇ ਸਪੈਸ਼ਲਿਸਟ ਕੋਲ ਗਿਆ ਜੀ, ਵੀ ਮੇਰੇ ਕੰਨ ਖਰਾਬ ਹੋ ਗਏ ਜਾਂ ਕੁਝ ਹੋ ਗਿਆ। ਤਾਂ ਮੈਨੂੰ ਜਿਹੜਾ ਵੇ ਉਹ ਫਿਰ ਡਾਕਟਰ ਨੇ ਸਾਰਾ ਕੁਝ ਚੈੱਕ ਕਰਕੇ ਮੈਨੂੰ ਕਿਹਾ, ਕਹਿੰਦਾ ਨਹੀਂ ਤੇਰਾ ਤੇ ਸਾਰਾ ਕੁਝ ਠੀਕ ਆ ਜੀ, ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕੀ ਹੋ ਰਿਹਾ। ਕੀ ਇਹ ਹੈਲੂਸੀਨੇਸ਼ਨ ਤੇ ਨਹੀਂ ਸੀ? ਹਾਂਜੀ। ਨਹੀਂ, ਕਈ ਵਾਰੀ ਹੁੰਦਾ ਨਾ ਹੈਲੂਸੀਨੇਸ਼ਨ ਕਿ ਤੁਸੀਂ ਕੁਝ ਸਮਝਦੇ ਹੋ ਕੁਝ ਹੋ ਰਿਹਾ ਜਦ ਕਿ ਕੁਝ ਨਹੀਂ ਹੋ ਰਿਹਾ ਹੁੰਦਾ। ਹਾਂਜੀ। ਸੋ ਨਹੀਂ, ਇਹ ਜਿਹੜੀ ਤੁਸੀਂ ਕਿਹਾ ਕਿ ਆਵਾਜ਼ ਆਂਦੀ ਹੈ, ਕੀ ਇਹ ਸਾਰਾ ਟਾਈਮ ਤੁਹਾਨੂੰ ਆਵਾਜ਼ ਆਂਦੀ ਹੈ, ਕੀ ਹੈ? ਅਗੇਨ ਐਂਡ ਬਾਣੀ ਦੇ ਵਿੱਚ ਜੋ ਇਹ ਦੱਸਿਆ ਗਿਆ ਹੈਗਾ ਇਹਨਾਂ ਆਵਾਜ਼ਾਂ ਬਾਰੇ, ਇਹਦੀ ਮਹੱਤਤਾ ਕੀ ਹੈ, ਮਤਲਬ ਸਾਡੀ ਰੋਜ਼ਮਰਰਾ ਜ਼ਿੰਦਗੀ ਦੇ ਵਿੱਚ? ਇਦਾਂ ਹੈ ਕਿ ਜਦੋਂ ਇਹ ਸਾਰਾ ਕੁਝ ਮੈਨੂੰ ਨਹੀਂ ਸਮਝ ਆ ਰਿਹਾ ਸੀ ਜੀ, ਪਰ ਮੈਂ ਬਾਣੀ ਪੜ੍ਹੀ ਜਾਂਦਾ ਸੀਗਾ। ਫਿਰ ਜਦੋਂ ਮੈਂ ਇਹ ਬਾਣੀ ਜਨਾਨ ਸਾਹਿਬ ਪੜ੍ਹਦੇ ਹਾਂ ਸੀ, ਪੰਜ ਸ਼ਬਦ ਤੇ ਕਰ ਸਪਾ ਕੇ ਸ਼ਬਦ ਵਾਜੇ ਜੀ, ਤੋਂ ਉੱਥੋਂ ਜਦੋਂ ਮੈਂ ਇਹਨੂੰ ਥੋੜਾ ਜਿਹਾ ਟੈਲੀ ਕੀਤਾ, ਉਹ ਤਾਂ ਮੇਰੇ ਗੱਲ ਸਾਰੀ ਥੋੜੀ ਸਮਝ ਆਉਣ ਲੱਗ ਪਈ ਜੀ,
ਕਿ ਵੀ ਇਹ ਚੀਜ਼ ਜਿਹੜੀ ਆ ਇਹ ਤੇ ਗੁਰਬਾਣੀ ਜੋ ਕਹਿ ਰਹੀ ਹੈ ਲੱਗਦਾ ਮੈਨੂੰ ਉਹ ਚੀਜ਼ ਆ। ਅੱਛਾ ਜੀ। ਅੱਛਾ, ਫਿਰ ਮੈਂ ਉਸ ਟਿਊਨ ਨੂੰ ਜਿਹੜਾ ਵੇ ਧਿਆਨ ਨਾਲ ਸੁਣਦਾ ਰਿਹਾ। ਤੇ ਉਹਦੇ ਅੰਦਰ 5 ਮਿਕਸ ਟਿਊਨਸ ਨੇ ਜੀ। ਤੇ ਉਹ ਜਦੋਂ ਫਿਰ ਮੈਨੂੰ ਸਮਝ ਆਈ, ਹੋਰ ਵੀ ਗੁਰਬਾਣੀ ਪੜ੍ਹੀ ਗਿਆ ਜਦੋਂ, ਤਾਂ ਮੈਨੂੰ ਸਮਝ ਲੱਗੀ ਕਿ ਵੀ ਇਹ 5 ਸ਼ਬਦ ਦੀ ਜਿਹੜੀ ਹੈ ਇਹ ਧੁਨ ਜਿਹੜੀ ਵੱਜਦੀ ਪਈ ਆ ਉਸ ਦੀ ਗੱਲ ਕਰਦੇ ਪਿਆ। ਓਕੇ। ਉਹ ਜਦੋਂ ਜਿੱਦਾਂ ਮੈਂ ਉਹਨੂੰ ਟੈਲੀ ਕਰੀ ਗਿਆ, ਹੋਰ ਮੇਰਾ ਜਿਹੜਾ ਵਿਸ਼ਵਾਸ ਸੀ ਹੋਰ ਪੱਕਾ ਹੋਈ ਗਿਆ। ਸੋ ਉਹ ਵਿਸ਼ਵਾਸ ਕਿਸ ਚੀਜ਼ ਵਿੱਚ ਪੱਕਾ ਹੋਇਆ ਕਿ ਕੀ ਇੱਕ ਆਵਾਜ਼ ਸੁਣਨ ਦੇ ਨਾਲ ਜਾਂ ਗੁਰਬਾਣੀ ਦੀ ਜਿਹੜੀ ਇਹ ਤੁਕਾਂ ਲਿਖੀਆਂ ਨੇ ਇਹਦਾ ਕੀ ਇੰਪੋਰਟੈਂਸ ਕੀ ਹੈ, ਕੀ ਮੀਨਿੰਗ ਕੀ ਹੈ, ਇਹਦੇ ਬਾਰੇ ਗੱਲ ਕਰਨੀ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕਿ ਵਾਪਸ ਆ ਕੇ ਇਹ ਸਾਨੂੰ ਦੱਸੋ ਕਿ ਇਹ ਜੋ ਕਿ ਆਵਾਜ਼ ਜੇ ਆ ਰਹੀ ਹੈ ਤੇ ਇਸ ਦਾ ਕੀ ਸਿਗਨੀਫੀਕੈਂਸ ਕੀ ਹੈ ਤੇ ਗੁਰੂ ਸਾਹਿਬ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਜਦੋਂ ਰੱਬ ਦੀ ਅਸੀਂ ਜਦੋਂ ਤੋਂ ਸ਼ੁਰੂਆਤ ਕੀਤਾ ਸੀ ਟੌਪਿਕ, ਇਹਦਾ ਰੱਬ ਨਾਲ ਕੀ ਕਨੈਕਸ਼ਨ ਹੈ ਤੇ ਸਾਡੇ ਜੀਵਨ ਦੇ ਵਿੱਚ ਇਹ ਚੀਜ਼ਾਂ ਦੇ ਨਾਲ ਕੀ ਪਰਿਵਰਤਨ ਆ ਸਕਦਾ ਹੈ ਜਾਂ ਆ ਰਿਹਾ, ਇਹਦੇ ਬਾਰੇ ਗੱਲ ਕਰਨੀ ਹੈ ਜੀ। ਠੀਕ ਹੈ ਜੀ। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਇੱਕ ਬਹੁਤ ਹੀ ਇੰਟਰਸਟਿੰਗ ਟੌਪਿਕ ਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ 5 ਸ਼ਬਦ ਦੀ ਜਦੋਂ ਅਸੀਂ ਗੱਲ ਕਰਨੇ ਆ, ਸ਼ਬਦ ਕੀ ਹੈ, ਰੱਬ ਕੀ ਹੈ, ਇਸ ਸੰਬੰਧ ਵਿੱਚ ਕੁਲਵੰਤ ਸਿੰਘ ਵਸੀਰ ਜੀ ਸਾਂਝ ਪਾ ਰਹੇ ਨੇ। ਆਓ ਹੋਰ ਜਾਣਕਾਰੀ ਲੈਂਦੇ ਹਾਂ ਜੀ। ਸੋ ਤੁਸੀਂ ਬ੍ਰੇਕ ਤੋਂ ਪਹਿਲਾਂ ਜਿਹੜਾ ਗੁਰਬਾਣੀ ਦਾ ਐਗਜ਼ਾਮਪਲਸ ਦੇ ਕੇ ਗੱਲਬਾਤ ਕੀਤੀ, ਨਾਲ ਤੁਸੀਂ ਇਹ ਵੀ ਕਹਿੰਦੇ ਹੋ ਕਿ ਹੋਰ ਧਰਮਾਂ ਦੇ ਜਿਹੜੀਆਂ ਕਿਤਾਬਾਂ ਨੇ, ਜਿਹੜੇ ਗ੍ਰੰਥ ਨੇ, ਉਹਨਾਂ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਗਈਆਂ। ਬਾਈਬਲ ਵਿੱਚ ਕੀ ਕਿਹਾ ਹੈ ਜੀ ਇਸ ਬਾਰੇ? ਦੇਖੋ ਜੀ, ਮੈਂ ਬਾਈਬਲ ਦੀ ਸਟੱਡੀ ਕੀਤੀ, ਕੁਰਾਨ ਦੀ ਸਟੱਡੀ ਕੀਤੀ, ਉਸ ਤੋਂ ਬਾਅਦ ਜਿਹੜੀ ਸਾਇੰਸ ਦੀਆਂ ਥਿਊਰੀਆਂ ਨੇ ਉਹਨਾਂ ਨੂੰ ਵੀ ਪੜ੍ਹਿਆ। ਅੱਛਾ ਜੀ। ਉਹ ਜਿਹੜੀ ਸਭ ਤੋਂ ਬੈਸਟ ਥਿਊਰੀ ਹੈ ਕੁਆਂਟਮ ਫਿਜ਼ਿਕਸ ਦੀ ਆ, ਉਹ ਵੀ ਮੈਂ ਤੁਹਾਨੂੰ ਡਿਟੇਲ 'ਚ ਥੋੜੀ ਦੱਸਾਂਗਾ। ਵੀਲ ਟਾਕ ਅਬਾਊਟ ਇਟ। ਸੋ ਸਭ ਤੋਂ ਪਹਿਲਾਂ ਅਸੀਂ ਬਾਈਬਲ ਦੇ ਬਾਰੇ ਗੱਲ ਕਰਦੇ ਹਾਂ। ਬਾਈਬਲ ਜਿਹੜੀ ਆ ਉਹਦੇ ਅੰਦਰ ਵੀ ਸ਼ਬਦ ਦੀ ਗੱਲ ਕੀਤੀ ਗਈ ਆ ਜੀ। ਉਹਨੇ ਵੀ ਉਹੀ ਗੱਲ ਆਖੀ ਹੈ ਕਿ ਜੇ ਉਤਪਤ ਪਰਲੋ ਸ਼ਬਦ ਹੋਵੇ, ਸ਼ਬਦ ਹੀ ਫਿਰ ਉਪਤ ਹੋਵੇ। ਠੀਕ ਹੈ। ਇੱਥੇ ਲਿਖਦੇ ਪਿਆ ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ। ਉਹ ਸ਼ਬਦ ਪਰਮੇਸ਼ਵਰ ਦੇ ਨਾਲ ਸੀ ਜੀ। ਜੋ ਪਰਮੇਸ਼ਵਰ ਸੀ ਉਹੀ ਸ਼ਬਦ ਸੀ। ਉਹ ਸ਼ੁਰੂ ਤੋਂ ਹੀ ਪਰਮੇਸ਼ਵਰ ਦੇ ਨਾਲ ਸੀ ਜੀ। ਸਭ ਚੀਜ਼ਾਂ ਦੀ ਰਚਨਾ ਪਰਮੇਸ਼ਵਰ ਨੇ ਉਸ ਦੇ ਰਾਹੀਂ ਕੀਤੀ। ਠੀਕ ਹੈ। ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਦੇ ਬਿਨਾਂ ਨਹੀਂ ਰਚੀ ਗਈ। ਸੋ ਯਾਨੀ ਕਿ ਉਹੀ ਸਿਧਾਂਤ ਆ ਜੋ ਸਾਡਾ ਉਤਪਤ ਪਰਲੋ ਸ਼ਬਦ ਹੋਗਾ। ਠੀਕ ਹੈ ਜੀ। ਸੋ ਇਹਦਾ ਵੀ ਕਨਸੈਪਟ ਜਿਹੜਾ ਉਹੀ ਹੈਗਾ। ਠੀਕ ਹੈ। ਉਸ ਤੋਂ ਇਲਾਵਾ ਜਿਹੜੀ ਇਹ ਕੁਰਾਨ ਦੀ ਗੱਲ ਆ, ਕੁਰਾਨ ਦੇ ਅੰਦਰ ਵੀ ਸਟੱਡੀ ਕੀਤੀ ਪੂਰੀ। ਜਿਹੜੀ ਚੀਜ਼ ਤੇ ਮੈਂ ਗੱਲ ਪਹੁੰਚਿਆ ਵਾਂ ਜੀ, ਉਹਦੇ ਵਿੱਚ ਵੀ ਜੀ 1154 ਅੰਗ ਹੈਗਾ ਇਹਨਾਂ ਦਾ। ਤੇ ਇਹ ਹੈਗੀ ਹੈ 94 ਸੂਰਤ ਅਲ ਇਨਸ਼ਰਾਹ ਮੱਕੇ ਉਤਰੀ ਜੀ। ਇਹਦੇ ਵਿੱਚ ਵੀ ਲਿਖਦੇ ਆ ਕਿ ਇਸ ਲਈ ਜਦੋਂ ਤੁਸੀਂ ਵਿਹਲੇ ਹੋ ਜਾਓ ਤਾਂ ਬੰਦਗੀ ਦੀ ਮਿਹਨਤ ਵਿੱਚ ਰੁੱਝ ਜਾਓ ਅਤੇ ਆਪਣੇ ਰੱਬ ਵੱਲ ਹੀ ਧੁਨ ਲਾਓ ਜੀ। ਯਾਨੀ ਇਹ ਵੀ ਉਹੀ ਧੁਨ ਦੀ ਗੱਲ ਕਰਦੇ ਪਏ ਆ। ਫਿਰ ਕਹਿੰਦੇ ਅਰਥਾਤ ਜਦੋਂ ਕੋਈ ਹੋਰ ਰੁਝੇਵਾਂ ਨਾ ਰਹੇ ਜੀ ਤਾਂ ਆਪਣਾ ਵਿਹਲਾ ਸਮਾਂ ਬੰਦਗੀ ਦੀ ਮਿਹਨਤ ਵਿੱਚ ਖਰਚਾ ਕਰੋ ਅਤੇ ਹਰ ਪਾਸਿਓਂ ਤੋਂ ਧਿਆਨ ਹਟਾ ਕੇ ਕੇਵਲ ਆਪਣੇ ਰੱਬ ਨਾਲ ਲਿਵ ਲਾਓ। ਠੀਕ ਹੈ ਜੀ। ਯਾਨੀ ਇਹ ਵੀ ਜਿਹੜਾ ਲਿਵ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਸ਼ਬਦ ਦੀ ਜਾਂ ਧੁਨ ਦੀ ਗੱਲ ਕਰਦੇ ਪਏ ਆ। ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਜਿਹੜੇ ਆਪਣੇ ਹੈਗੇ ਤੁਹਾਡੇ ਵੇਦ ਜੀ, ਵੇਦਾਂ ਦੇ ਵਿੱਚ ਵੀ ਜਿਹੜਾ ਵੇ ਇਹ ਗੱਲ ਕੀਤੀ ਗਈ ਹੈ। ਅੱਛਾ ਜੀ। ਤੇ ਉਹ ਵੇਦ ਮੈਂ ਪੜ੍ਹੇ ਨਹੀਂ ਹੈ, ਉਹ ਸੰਸਕ੍ਰਿਤ ਵਗੈਰਾ ਹੋਰ ਭਾਸ਼ਾਵਾਂ ਦੇ ਸੀਗੇ ਜੀ, ਉਹਨਾਂ ਨੂੰ ਪੜ੍ਹਿਆ ਨਹੀਂ, ਨਾ ਹੀ ਮੈਨੂੰ ਜ਼ਰੂਰਤ ਪਈ ਹੈ। ਠੀਕ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ ਜੀ, ਉਹਦੇ ਵਿੱਚ ਇੱਕ ਤੁਕ ਆਉਂਦੀ ਆ ਕਿ ਵੇਦਾਂ ਮੈਂ ਨਾਮ ਉੱਤਮ ਸੋ ਸੁਨੇ ਨਹੀਂ, ਫਿਰੇ ਜਿਉ ਬੇਤਾਲਿਆ। ਠੀਕ ਹੈ। ਵੀ ਉਹ ਗੁਰੂ ਅਮਰਦਾਸ ਜੀ ਆਖਦੇ ਪਿਆ ਕਿ ਵੀ ਜਿਹੜੀ ਵੇਦਾਂ ਦੇ ਅੰਦਰ ਨਾਮ ਦੀ ਗੱਲ ਕੀਤੀ ਗਈ ਆ ਜੀ, ਉਹਦੀ ਤੁਸੀਂ ਉਹ ਸੁਣਦੇ ਨਹੀਂ ਉਸ ਨੂੰ, ਤੇ ਬਾਕੀ ਹੋਰ ਪਾਸੇ ਤੁਸੀਂ ਐਵੇਂ ਬੇਤਾਲਿਆਂ ਵਾਂਗੂ ਭੂਤਰਿਆਂ ਵਾਂਗੂ ਤੁਸੀਂ ਤੁਰੇ ਫਿਰਦੇ ਹੋ ਜੀ। ਸੋ ਇਹ ਚੀਜ਼ ਜਿਹੜੀ ਆ ਉਹਨਾਂ ਨੇ ਜਿਹੜੀ ਗੁਰੂ ਅਮਰਦਾਸ ਜੀ ਨੇ, ਦਾ ਮਤਲਬ ਵੇਦਾਂ ਦੀ ਸਟੱਡੀ ਕੀਤੀ ਹੋਏਗੀ ਸਾਰੇ ਜੀ ਜੀ, ਤਾਂ ਹੀ ਉਹਨਾਂ ਨੇ ਇਹ ਗੱਲ ਲਿਖੀ ਹੈ। ਠੀਕ। ਤਾਂ ਮੈਨੂੰ ਜਦੋਂ ਇਹ ਤੁਕ ਪੜ੍ਹੀ ਆ ਉਸ ਤੋਂ ਬਾਅਦ ਵੇਦਾਂ ਦੀ ਜ਼ਰੂਰਤ ਵੀ ਨਹੀਂ ਪੜ੍ਹਨ ਦੀ। ਅੱਛਾ। ਇਸ ਤੋਂ ਇਲਾਵਾ ਜਿਹੜਾ ਸਾਇੰਸ ਦੀਆਂ ਜਿਹੜੀਆਂ ਮੈਂ ਸਟੱਡੀ ਕੀਤੀਆਂ ਨੇ ਜੀ, ਸੋ ਜਿਹੜੀ ਸਭ ਤੋਂ ਬੈਸਟ ਥਿਊਰੀ ਜਿਹੜੀ ਸੀਗੀ ਜੀ, ਉਹ ਕੁਆਂਟਮ ਫਿਜ਼ਿਕਸ ਦੀ ਆ। ਅੱਛਾ ਜੀ। ਹੁਣ ਉਹ ਜਿਹੜੀ ਕੁਆਂਟਮ ਫਿਜ਼ਿਕਸ ਆ ਉਹ ਵੀ ਉਹੀ ਗੱਲ ਕਰ ਰਹੀ ਹੈ ਕਿ ਵੀ ਜਿਹੜੀ ਇਹ ਸ੍ਰਿਸ਼ਟੀ ਦੀ ਉਤਪਤੀ ਹੋਈ ਆ ਜੀ, ਉਹ ਹੋਈ ਕਿੱਦਾਂ ਦੀ ਆ ਤੇ ਕਿਸ ਤਰੀਕੇ ਦੇ ਨਾਲ ਹੋਈ ਆ। ਉਹਦੇ ਵੀ 5 ਪਿਲਰ ਨੇ। ਜਿਹੜੇ ਉਹਦੇ 5 ਪਿਲਰ ਨੇ ਉਹ ਵੀ ਸਾਰੇ ਸੇਮ ਟੂ ਸੇਮ ਇਸ ਫਿਲਾਸਫੀ ਦੇ ਨਾਲ ਜਿਹੜਾ ਰਲਦੇ ਨੇ, ਟੈਲੀ ਕਰਦੇ ਆ, ਮੇਲ ਖਾਂਦੇ ਆ। ਉਹ ਕੀ ਲਿਖਦਾ ਪਿਆ, ਕਹਿੰਦਾ ਕੁਆਂਟਮ ਫਿਜ਼ਿਕਸ ਇਜ਼ ਬ੍ਰਾਂਚ ਆਫ ਦਾ ਸਾਇੰਸ ਦੈਟ ਡੀਲਸ ਵਿਦ ਦਾ ਡਿਸਕ੍ਰੀਟ ਇੰਡੀਵਿਜੂਅਲ
units of the energy called quantum as described by the quantum theory. ठीक है There are 5 main ideas represented in quantum theory. जी The number 1 is energy is not continuous ठीक है but comes in small but discrete units. ओके ये दा पहला पिलर है. दूसरा है कि the elementary particles behave both like the particles and like the waves. Number 10, the movement of these particles is inherently random. जी Number 4 is it is the physically impossible to know both the position and the movement of a particles at the same time. The more precisely one is known, जी the less precise is the measurement of the other is. ओके Number 5 is the atomic world is nothing like the world we live in. ਇਹ ਜਿਹੜੇ 5 ਪਿਲਰ ਹੈ जी ਹੁਣ ਇੰਨਾ ਟਾਈਮ ਨਹੀਂ ਆਪਣੇ ਕੋਲ ਜਿਹਨਾਂ ਨੂੰ ਸਾਰਾ ਡਿਸਕਸ ਕਰੀਏ. जी ਸੋ ਮੋਟੀ ਜੀ ਗੱਲ ਇਹ ਕਹਿਣਾ ਚਾਹੁੰਦਾ ਜਿਹੜਾ ਹਰ ਇੱਕ ਚੀਜ਼ ਦਾ ਕੋਈ ਵੀ ਆਟਮਸ ਹੈ ਉਸ ਆਟਮਸ ਦੇ ਅੰਦਰ ਵੀ ਧੁਨ ਵੱਜਦੀ ਪਈ ਆ. ओके ਹਾਲੇ ਤੱਕ ਸਾਇੰਸ ਜਿਹੜੀ ਆ ਉਸ ਪੁਆਇੰਟ ਦੇ ਉੱਤੇ ਨਹੀਂ ਪਹੁੰਚੀ ਆ ਕਿ ਵੀ ਉਸ ਧੁਨ ਨੂੰ ਸੁਣ ਸਕੇ. ठीक ਮਗਰ ਜਿਹੜੇ ਭਗਤ ਸੀਗੇ ਜਾਂ ਗੁਰੂ ਸਾਹਿਬ ਸੀਗੇ ਉਹਨਾਂ ਨੇ ਆਪਣੇ ਅੰਦਰੋਂ ਦੀ ਧੁਨ ਨੂੰ ਸੁਣ ਕੇ ਬਿਆਨ ਕਰ ਦਿੱਤਾ. ਉਹਨਾਂ ਕਿ ਜਦੋਂ ਸਾਡੇ ਕੋਲ ਪੇਪਰ ਨਹੀਂ, ਸ਼ਾਈ ਨਹੀਂ, ਸਾਰਾ ਕੁਝ ਨਹੀਂ ਸੀਗਾ, 2-2000 ਸਾਲ ਪਹਿਲੇ ਦੀਆਂ ਕਿਤਾਬਾਂ ਲਿਖ ਕੇ ਚਲੇ ਗਏ ਉਹ. जी ਔਰ ਕਿਸ ਤਰੀਕੇ ਨਾਲ ਉਹਨਾਂ ਨੇ ਮਿਹਨਤ ਕੀਤੀ ਹੋਏਗੀ ਸਾਰਾ ਕੁਝ ਜਦੋਂ ਉਹਨਾਂ ਨੇ ਸਾਰਾ ਕੁਝ ਜਾਣਿਆ Right. ਤਾਂ ਉਹ ਸਾਨੂੰ ਗ੍ਰੰਥ ਲਿਖ ਕੇ ਦੇ ਗਏ. ठीक ਔਰ ਸਾਇੰਸ ਹਾਲੇ ਤੱਕ ਜਿਹੜਾ ਵੇ ਹਾਲਾਂਕਿ ਅਸੀਂ ਮੰਗਲ ਗ੍ਰਹਿ ਤੱਕ ਪਹੁੰਚ ਗਏ, ਸਾਰਾ ਕੁਝ ਹੋ ਗਿਆ, ਲੇਕਿਨ ਹਾਲੇ ਆਟਮਸ ਦੇ ਅੰਦਰੋਂ ਅਸੀਂ ਜਿਹੜੀ ਉਹ ਧੁਨ ਨੂੰ ਨਹੀਂ ਸੁਣ ਸਕੇ जी ਵੀ ਉਹ ਕੀ ਵੱਜਦੀ ਪਈ ਆ. ਲੇਕਿਨ ਭਗਤ ਲੋਕਾਂ ਨੇ ਆਪਣੇ ਅੰਦਰੋਂ ਦੀ ਸੁਣ ਕੇ ਉਹਨੂੰ ਬਿਆਨ ਕਰ ਦਿੱਤਾ ਠੀਕ, ਵੀ ਉਹ ਪੰਜ ਬਿਲਕੁਲ। ਸ਼ਬਦ ਹੀ ਵੱਜਦੀ ਪਈ ਆ. ਬਿਲਕੁਲ. ਸੋ ਹੁਣ ਸਵਾਲ ਆ ਗਿਆ ਉਹੀ ਮੇਰਾ ਜਿਹੜਾ ਪਹਿਲਾਂ ਵੀ ਮੈਂ ਰੇਜ਼ ਕੀਤਾ ਸੀ ਬ੍ਰੇਕ ਤੋਂ ਪਹਿਲਾਂ ਕਿ ਇਹ ਇਸ ਦੀ ਕੀ ਅਹਿਮੀਅਤ ਕੀ ਹੈ ਕਿ ਇਹ ਧੁਨ ਜਿਹੜੀ ਹੈਗੀ ਹੈ ਜਿਹੜੀ ਕਿ ਇਹ ਧੁਨ ਜਿਸ ਤਰ੍ਹਾਂ ਐਨਰਜੀ ਜਿਸ ਨੂੰ ਤੁਸੀਂ ਕਹਿ ਰਹੇ ਹੈਗੇ ਹੋ, ਸਾਇੰਸ ਵੀ ਕਹਿ ਰਹੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਵੀ ਤੁਸੀਂ ਜ਼ਿਕਰ ਕੀਤਾ, ਬਾਈਬਲ ਦਾ ਵੀ ਕੀਤਾ, ਕੁਰਾਨ ਸ਼ਰੀਫ ਦੀ ਵੀ ਗੱਲ ਕੀਤੀ ਹੈਗੀ ਹੈ. ਸੋ ਅਲਟੀਮੇਟ ਇਹ ਜੇ ਆਵਾਜ਼ ਸਾਡੇ ਵਿੱਚ ਵੀ ਹੈਗੀ ਹੈ, ਸੁਣ ਰਹੇ ਹਾਂ, ਇਹ ਸੁਣ ਕੇ ਕੀ ਹੈ ਕੀ ਹੈ? ਕਿਉਂਕਿ ਕਈ ਵਾਰੀ ਹੁੰਦਾ ਅਸੀਂ ਲਿਟਰਲ ਮੀਨਿੰਗ ਕਰਦੇ ਨੇ ਕਿਸੇ ਚੀਜ਼ ਦਾ. ਤੋ ਇਹ ਸਾਰਾ ਜਿਹੜਾ ਤੁਸੀਂ ਵੀ ਕਿਹਾ ਮੈਂ ਐਕਸਪੀਰੀਅੰਸ ਕਰ ਰਿਹਾ, ਮੈਨੂੰ ਆਵਾਜ਼ ਆਉਂਦੀ ਹੈਗੀ ਹੈ, ਵਾਟ ਨੈਕਸਟ? ਇਹ ਹੈ ਕੀ ਹੈ? ਇਸ ਤੋਂ ਕੀ ਸਮਝ ਆਉਂਦੀ ਹੈ? ਸਾਡੇ ਰੋਜ਼ਮਰਰਾ ਜ਼ਿੰਦਗੀ ਦੇ ਜਿਹਦਾ ਕੀ ਇੰਪੋਰਟੈਂਸ ਕੀ ਹੈ ਇਹਦੀ? ਇਹਦੀ ਇੰਪੋਰਟੈਂਸ ਇਹ ਹੈ ਕਿ ਜਿਸ ਤਰ੍ਹਾਂ ਇੱਕ એનર્ਜੀ ਹੈ ਜੀ ਬਿਜਲੀ ਹੈ ਜੀ ਬਿਜਲੀ ਨੂੰ ਅਸੀਂ ਆਪਣਾ ਦੇਖ ਨਹੀਂ ਸਕਦੇ, ਠੀਕ ਹੈ, ਲੇਕਿਨ ਉਹਨੂੰ ਮਾਪ ਸਕਦੇ ਹਾਂ ਮੀਟਰ ਦੇ ਨਾਲ, ਮਹਿਸੂਸ ਕਰ ਸਾਡਾ ਸਕਦੇ ਹਾਂ। ਬਿਜਲੀ ਦਾ ਬਿੱਲ ਵੀ ਆਉਂਦਾ, ਬਿਲਕੁਲ ਮਹਿਸੂਸ ਕਰ Right? ਸਕਦੇ ਹਾਂ. ਇਸੇ ਤਰੀਕੇ ਜਿਹੜਾ ਪ੍ਰਮਾਤਮਾ ਹੈ, ਜੀ ਪ੍ਰਮਾਤਮਾ ਨੂੰ ਅਸੀਂ ਦੇਖ ਨਹੀਂ ਸਕਦੇ. ਠੀਕ, ਪ੍ਰਮਾਤਮਾ એનર્ਜੀ ਹੈ, ਇੱਕ ਕਿਸਮ ਦੀ ਠੀਕ ਸਾਡੇ ਹੈ। ਅੰਦਰ એનર્ਜੀ ਹੈ ਰਾਈਟ, ਔਰ ਉਸ એનર્ਜੀ ਨੂੰ ਅਸੀਂ ਦੇਖ ਨਹੀਂ ਸਕਦੇ, ਲੇਕਿਨ ਉਸ એનર્ਜੀ ਨੂੰ ਅਸੀਂ ਸੁਣ ਸਕਦੇ ਹਾਂ. ਠੀਕ ਹੈ, ਹੁਣ ਉਹ ਕੀ ਹੈ ਉਹ ਇਹ ਬਿਆਨ ਕਰ ਦਿੱਤਾ ਸਾਰਾ ਵੀ ਸ਼ਬਦ ਹੈ, ਉਸ એનર્ਜੀ ਨੂੰ ਅਸੀਂ ਸਾਰਾ ਇਹ ਬਿਆਨ ਕੀਤਾ ਵੀ એનર્ਜੀ ਨੂੰ ਅਸੀਂ ਦੇਖ ਨਹੀਂ ਸਕਦੇ ਲੇਕਿਨ ਉਹਨੂੰ ਅਸੀਂ ਸੁਣ ਸਕਦੇ ਹਾਂ. ਠੀਕ, ਹੁਣ ਜਿਹੜਾ ਤੁਹਾਡਾ ਸਵਾਲ ਸੀ ਕਿ ਇਹਦਾ ਸਾਡੀ ਜ਼ਿੰਦਗੀ ਦੇ ਅੰਦਰ ਅਹਿਮੀਅਤ ਕੀ ਆ, ਰਾਈਟ, ਅਹਿਮੀਅਤ ਇਹਦੀ ਇਹ ਹੈ ਕਿ ਜਦੋਂ ਵੀ ਮੈਂ ਇਸ ਨੂੰ ਸੁਣਦਾ ਨਾ ਜੀ, ਬੜੀ ਸ਼ਾਂਤੀ ਮਿਲਦੀ ਆ. ਓਕੇ, ਕਿਉਂਕਿ ਜਦੋਂ ਮੈਂ ਪਰੇਸ਼ਾਨ ਹੁੰਦਾ ਕਿਸੇ ਕਾਰੋਬਾਰ ਦੇ ਅੰਦਰ ਜਾਂ ਕਿਸੇ ਤਰੀਕੇ ਨਾਲ ਵੀ, ਜੀ, ਹੁਣ ਗਾਣੇ ਵਗੈਰਾ ਸੁਣਦੇ ਹੋ, ਇੱਕ ਪਾਸੇ ਤੁਹਾਡਾ ਧਿਆਨ ਹੁੰਦਾ ਗਾਣਿਆਂ ਦੇ ਠੀਕ ਵਿੱਚ, ਹੈ। ਗਾਣੇ ਸੁਣ ਰਹੇ ਹੋ ਜਾਂ ਕੋਈ ਮੂਵੀ ਦੇਖ ਰਹੇ ਹੋ ਤੁਸੀਂ ਸੁਣਦੇ ਸੁਣਦੇ ਤੁਹਾਡਾ ਫਿਰ ਉਹੀ ਉਹ ਜਿਹੜੇ ਵਿਚਾਰ ਨੇ ਵਿੱਚ ਚੱਲਣ ਲੱਗ ਜਾਂਦੇ ਬਿਜ਼ਨਸ ਦੇ. ਰਾਈਟ, ਲੇਕਿਨ ਜਦੋਂ ਤੁਸੀਂ ਇਸ ਨੂੰ ਸੁਣਦੇ ਹੋ ਉਹ ਤੁਹਾਡੇ ਵਿਚਾਰ ਬੰਦ ਹੋ ਜਾਂਦੇ ਆ. ਓਕੇ, ਉਦੋਂ ਜਿਹੜਾ ਤੁਸੀਂ ਕੁਝ ਨਹੀਂ ਸੋਚਦੇ, ਸਿਰਫ ਇੱਕ ਕਿਸਮ ਦੀ ਮਤਲਬ ਪੂਰਨ ਸ਼ਾਂਤੀ ਜਿਹਨੂੰ ਕਹਿੰਦੇ ਆ ਉਹ ਪ੍ਰਾਪਤ ਉਹ ਹੁੰਦੀ ਹੈ. ਪ੍ਰਾਪਤ ਹੁੰਦੀ ਆ. ਸੋ ਇਹਦੇ ਵਾਸਤੇ ਕੀ ਆਮ ਵਿਅਕਤੀ ਜਿਸ ਤਰ੍ਹਾਂ ਤੁਸੀਂ ਵੀ ਇੱਕ ਆਮ ਵਿਅਕਤੀ ਜਿਸਨੇ ਕਿ ਰਿਸਰਚ ਕੀਤੀ, ਮਿਹਨਤ ਕੀਤੀ, ਪਰ ਇਹਦੇ ਵਾਸਤੇ ਕਿਸ ਤਰੀਕੇ ਨਾਲ ਕੋਈ ਇੱਕ ਆਮ ਵਿਅਕਤੀ ਜਿਹੜਾ ਹੈਗਾ ਉਹ ਕੀ ਕਰੇ, ਕਿਸ ਤਰੀਕੇ ਦਾ ਅਭਿਆਸ ਕਰੇ, ਕਿਸ ਤਰ੍ਹਾਂ ਉਹਦੇ ਵੀ ਇਹ ਆਵਾਜ਼ ਜਿਹੜੀ ਉਹ ਵੀ ਸੁਣ ਸਕਦਾ ਹੈ? ਇਹਦੇ ਬਾਰੇ ਮੈਂ ਚਾਹਾਂਗਾ ਕਿ ਅਗਲੇ ਹਫਤੇ ਅਸੀਂ ਗੱਲਬਾਤ ਕਰਾਂਗੇ. ਲੈਨੇ ਆ ਅੱਜ ਦਾ ਇੱਥੇ ਹੀ ਪ੍ਰੋਗਰਾਮ ਕਰਦੇ ਜੀ ਸਮਾਪਤ, ਅਤੇ ਅਗਲੇ ਹਫਤੇ ਗੱਲਬਾਤ ਕਰਾਂਗੇ ਇਹ ਧੁਨ ਦੇ ਸੰਬੰਧ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ
ਅਗੇਨ ਇਹਦੀ ਇੰਪੋਰਟੈਂਸ ਜਿਹੜੀ ਹੈਗੀ, ਤੁਸੀਂ ਕਿਹਾ ਜੀ ਇਸ ਨੂੰ ਸੁਣ ਕੇ ਸ਼ਾਂਤੀ ਮਿਲਦੀ ਹੈ, ਕੀ ਸਿਰਫ ਇਸ ਨੂੰ ਹੀ ਸੁਣ ਕੇ ਅਸੀਂ ਸ਼ਾਂਤੀ ਲੈ ਸਕਨੇ ਆ, ਜਾਂ ਜੀਵਨ ਦੇ ਵਿੱਚ ਅਸੀਂ ਆਪਣੇ ਜੋ ਬਿਹੇਵੀਅਰ ਦੇ ਵਿੱਚ ਚੇਂਜਸ ਲੈ ਆਉਂਦੇ ਆ, ਅਸੀਂ ਆਪਣੇ ਵਾਤਾਵਰਣ ਵਿੱਚ ਚੇਂਜਸ ਲਿਆਉਂਦੇ ਆ, ਉਹਦੇ ਨਾਲ ਸ਼ਾਂਤੀ ਆ ਸਕਦੀ ਹੈ? ਕਿਉਂਕਿ ਅੰਦਰੂਨੀ ਸ਼ਾਂਤੀ ਦੀ ਅਸੀਂ ਗੱਲ ਕਰ ਰਹੇ ਹਾਂ, ਬਾਹਰਲੀ ਸ਼ਾਂਤੀ ਦੀ ਅਸੀਂ ਗੱਲ ਨਹੀਂ ਕਰ ਰਹੇ। ਸੋ ਇਹ ਧੁਨ ਜਿਹੜੀ ਹੈਗੀ ਹੈ, ਇਸ ਨਾਲ ਕਿਵੇਂ ਅਸੀਂ ਵਾਈਬ੍ਰੇਸ਼ਨ ਨਾਲ ਇੱਕਮੁੱਖ ਹੋ ਸਕਨੇ ਆ, ਇਹਦੇ ਬਾਰੇ ਗੱਲ ਕਰਾਂਗੇ ਅਸੀਂ ਅਗਲੇ ਹਫਤੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਫॉर योर ਥੈਂਕ ਯੂ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਤੇ ਇਹ ਜਿਹੜਾ ਵਿਸ਼ਾ ਹੈ, ਇੱਕ ਵੱਖਰੇ ਕਿਸਮ ਦਾ ਵਿਸ਼ਾ ਲੈ ਕੇ ਅੱਜ ਕੁਲਵੰਤ ਸਿੰਘ ਜੀ ਸਾਡੇ ਕੋਲ ਆਏ ਨੇ। ਇਸ ਬਾਰੇ ਅਗਲੇ ਹਫਤੇ ਜ਼ਰੂਰ ਵੇਖਣਾ ਤੇ ਅੱਗੇ ਇਹ ਕੀ ਕਹਿੰਦੇ ਨੇ ਤੇ ਇਸ ਵਿੱਚੋਂ ਕੀ ਅਸੀਂ ਗ੍ਰਹਿਣ ਕਰ ਸਕਨੇ ਆ। ਕਿਉਂਕਿ ਅਲਟੀਮੇਟਲੀ ਹਮੇਸ਼ਾ ਹੀ ਅਸੀਂ ਕਹਿੰਦੇ ਹਾਂ ਕਿ ਗੁਰਬਾਣੀ ਦੀ ਜਦੋਂ ਅਸੀਂ ਗੱਲ ਕਰਨੇ, ਧਰਮ ਦੀ ਗੱਲ ਕਰਨੇ ਆ, ਤਾਂ ਅਸੀਂ ਅੱਖਾਂ ਮੀਟ ਲੈਂਦੇ ਆ, ਜਦ ਕਿ ਗੁਰੂਆਂ ਨੇ ਸਾਨੂੰ ਕਿਹਾ ਸੀ ਸਾਡੇ 'ਚ ਇੱਕ ਇਨਕੁਇਜ਼ਿਟਿਵਨੈਸ, ਸਾਡੇ ਵਿੱਚ ਉਹ ਸਵਾਲ ਜਵਾਬ ਦੀ ਜਿਹੜੀ ਬਿਰਤਾ ਸੀ ਉਸ ਨੂੰ ਉਜਾਗਰ ਕੀਤਾ ਸੀ। ਇਸ ਸੰਬੰਧ ਵਿੱਚ ਕਰਾਂਗੇ ਅਗਲੇ ਹਫਤੇ ਗੱਲਬਾਤ। ਫੀਡਬੈਕ ਲਈ 604 603 7555 ਜਾਂ ਫਿਰ ਈਮੇਲ ਰਾਹੀਂ ਸੰਪਰਕ ਕਰ ਸਕਦੇ ਹੋ harpreetsingh@gmail.com। ਅਸੀਂ ਧੰਨਵਾਦੀ ਹਾਂ ਆਪਣੇ ਸਪਾਂਸਰ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਨਾਲ ਹੀ ਤੁਹਾਡੇ ਤੋਂ ਵੀ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਬਿਹਤਰ ਕਰਨ ਵਾਸਤੇ ਜੇਕਰ ਸਾਡਾ ਸਹਿਯੋਗ ਦਿਓ ਥਰੂ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਮੈਂਟ, ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।